ਮੰਨਿਆ ਗਿਣਦੇ ਹਾਂ। ਜਦੋਂ ਅੱਖਰ ਨਹੀਂ ਹੁੰਦੇ ਸੀਗੇ ਤਾਂ ਉਸ ਤੋਂ ਪਹਿਲਾਂ ਜਿਹੜੀ ਚਿੱਤਰ ਲਿਪੀ ਚੱਲਦੀ ਸੀਗੀ, ਮਨੁੱਖ ਆਪਣੇ ਜਿਹੜੇ ਵਿਚਾਰ ਸੀਗਾ ਉਹ ਚਿੱਤਰਾਂ ਦੇ ਰਾਹੀਂ ਪ੍ਰਗਟਾਉਂਦਾ ਸੀ। ਚਿੱਤਰਾਂ ਦੇ ਰਾਹੀਂ ਸੁਨੇਹਾਂ ਦੇਣਾ ਥੋੜ੍ਹਾ ਜਿਹਾ ਪੇਚੀਦਾ ਸੀਗਾ। ਉਸ ਤੋਂ ਬਾਅਦ ਮਨੁੱਖ ਨੇ ਆਪਣੀਆਂ ਜਿਹੜੀਆਂ ਆਵਾਜ਼ਾਂ, ਆਪਣੀਆਂ ਧੁਨੀਆਂ ਨੂੰ ਨਵਾਂ ਰੂਪ ਦੇਣ ਦੇ ਲਈ ਅੱਖਰਾਂ ਦੀ ਸ਼ੁਰੂਆਤ ਕੀਤੀ। ਉਸਨੇ ਅੱਖਰ ਘੜਨੇ ਸ਼ੁਰੂ ਕੀਤੇ ਔਰ ਜਦੋਂ ਤੋਂ ਅੱਖਰ ਘੜਨੇ ਸ਼ੁਰੂ ਕੀਤੇ ਉਸ ਦੇ ਨਾਲ ਹੀ ਅੱਖਰਾਂ ਨੂੰ ਸੋਹਣਾ ਲਿਖਣ ਦੀ ਪਿਰਤ ਵੀ ਮਨੁੱਖ ਨੇ ਪਾਈ। ਉਸ ਅੱਖਰ ਦੇ ਜਨਮ ਤੋਂ ਅਸੀਂ ਸਾਡੀ ਅੱਖਰਕਾਰੀ ਦਾ ਜਿਹੜਾ ਜਨਮ ਹੈ ਮੰਨ ਸਕਦੇ ਹਾਂ। ਜਦੋਂ ਮਨੁੱਖ ਨੇ ਆਪਣੇ ਵਿਚਾਰਾਂ ਨੂੰ ਅੱਖਰਾਂ ਦੇ ਵਿੱਚ ਸਾਂਭਣਾ ਸ਼ੁਰੂ ਕੀਤਾ ਤਾਂ ਅੱਖਰ ਦੀ ਅਹਿਮੀਅਤ ਹੋਰ ਜ਼ਿਆਦਾ ਵੱਡੀ ਹੋ ਗਈ। ਕੋਈ ਵੀ ਭਾਸ਼ਾ ਜਦੋਂ ਲਿਖਤ ਰੂਪ ਧਾਰਨ ਕਰਦੀ ਹੈ, ਹੋਂਦ ਵਿੱਚ ਆਉਂਦੀ ਹੈ, ਤਾਂ ਉਦੋਂ ਤੋਂ ਹੀ ਉਸ ਭਾਸ਼ਾ ਦੇ ਵਸਿੰਦੇ ਉਸ ਨੂੰ ਸੋਹਣਾ ਲਿਖਣ ਦੀ ਕੋਸ਼ਿਸ਼ ਕਰਦੇ ਹੈ, ਵਿਚਾਰਾਂ ਨੂੰ ਸੋਹਣਾ ਲਿਖ ਕੇ ਸਾਂਭਣ ਦੀ ਕੋਸ਼ਿਸ਼ ਕਰਦੇ ਹੈ। ਇਸ ਤਰ੍ਹਾਂ ਜਿਹੜਾ ਹੈਗਾ ਸਾਹਿਤ ਅੱਖਰਕਾਰੀ ਦੇ ਨਾਲ ਬਰਾਬਰ ਚੱਲਦਾ ਹੈ। ਜੇ ਅਸੀਂ ਪੰਜਾਬੀ ਅੱਖਰਕਾਰੀ ਦੇ ਪਿਛੋਕੜ ਦੇ ਝਾਤ ਮਾਰਦੇ ਹਾਂ ਤਾਂ ਸਾਨੂੰ ਜਿਹੜੀ ਪੰਜਾਬੀ ਭਾਸ਼ਾ ਦੇ ਸ਼ੁਰੂਆਤ ਦੇ ਵਿੱਚ, ਉਸ ਦੇ ਆਰੰਭ ਦੇ ਵਿੱਚ ਜਾਣਾ ਪਊਗਾ। ਜਿਹੜਾ ਸਾਡੇ ਭਾਸ਼ਾ ਵਿਗਿਆਨੀ ਆ ਉਹਨਾਂ ਨੇ ਸਾਡੀ ਭਾਸ਼ਾ ਦੇ, ਪੰਜਾਬੀ ਭਾਸ਼ਾ ਦੇ ਜਿਹੜੇ ਉਸ ਦਾ ਜਿਹੜਾ ਪਸਾਰ ਹੈਗਾ ਉਸ ਨੂੰ 3 ਸਮਿਆਂ ਦੇ ਵਿੱਚ ਵੰਡਿਆ। ਗੁਰੂ ਕਾਲ ਤੋਂ ਜਿਹੜਾ ਪਹਿਲਾ ਸਮਾਂ ਸੀਗਾ ਉਸ ਨੂੰ ਪੁਰਾਤਨ ਸਮੇਂ ਦਾ ਨਾਮ ਦਿੱਤਾ ਹੈ। ਗੁਰੂ ਕਾਲ ਦੇ ਸਮੇਂ ਨੂੰ ਮਝਲਾ ਜਾਂ ਵਿਚਕਾਰਲਾ ਸਮਾਂ ਆਖਿਆ ਔਰ ਗੁਰੂ ਸਾਹਿਬ ਤੋਂ ਜਿਹੜਾ ਬਾਅਦ ਦਾ ਸਮਾਂ ਸੀਗਾ ਉਸ ਨੂੰ ਅਸੀਂ ਵਰਤਮਾਨ ਸਮਾਂ ਕਹਿੰਦੇ ਹਾਂ। ਔਰ ਇਹਨਾਂ 3 ਪੜਾਵਾਂ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਹੈਗੀ ਆ ਉਸਨੇ ਵਿਕਾਸ ਕੀਤਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੋਂ ਬਾਅਦ ਜਿਹੜਾ ਭਾਸ਼ਾ ਦਾ ਸਾਡਾ ਲਿਖਣ ਦਾ ਮੂਲ ਰੂਪ ਹੈਗਾ ਉਹ ਸਾਡੀ ਹੈਗੀ ਹੈ ਗੁਰਮੁਖੀ ਲਿਪੀ। ਗੁਰਮੁਖੀ ਲਿਪੀ ਜਿਹੜੀ ਹੈਗੀ ਹੈ ਗੁਰੂ ਸਾਹਿਬਾਨ ਤੋਂ ਪਹਿਲਾਂ ਜਿਹੜੀਆਂ ਪ੍ਰਚਲਿਤ ਲਿਪੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਗੁਰਮੁਖੀ ਦੇ ਜਿਹੜੇ ਅੱਖਰ ਹੈਗੇ ਆ ਮਿਲਦੇ ਆ। ਜੀ ਸਾਡੀ ਪੰਜਾਬੀ ਭਾਸ਼ਾ ਬਾਬਾ ਫਰੀਦ ਵੇਲੇ 2000 ਸ਼ਬਦਾਂ ਦੀ ਮਾਲਕ ਸੀਗੀ। ਉਸ ਤੋਂ ਬਾਅਦ ਸ਼ਾਰਦਾ, ਟਾਕਰੀ, ਨਾਗਰੀ, ਕਈ ਤਰ੍ਹਾਂ ਦੀਆਂ ਜਿਹੜੀਆਂ ਭਾਸ਼ਾਵਾਂ ਸੀਗੀਆਂ ਉਹਨਾਂ ਦੇ ਸੁਮੇਲ ਦੇ ਵਿੱਚੋਂ ਇੱਕ ਅਰਧਨਾਗਰੀ ਭਾਸ਼ਾ ਜਿਹੜੀ ਹੈ ਪ੍ਰਚਲਿਤ ਹੋਈ ਸੀ। ਔਰ ਜਿਹੜੇ ਅਰਧਨਾਗਰੀ ਦੇ 22 ਅੱਖਰ ਹੈ ਉਹ ਗੁਰੂ ਸਾਹਿਬਾਨ ਤੋਂ ਪਹਿਲਾਂ ਪ੍ਰਚਲਿਤ ਸੀ ਔਰ ਉਹਨਾਂ 22 ਅੱਖਰਾਂ ਤੋਂ ਬਾਅਦ ਜਿਹੜੇ ਕੁਝ ਹੋਰ ਜਿਹੜੀ ਭਾਸ਼ਾ ਦੇ ਵਿੱਚ ਰਲਾ ਕਰਕੇ ਗੁਰੂ ਸਾਹਿਬਾਨ ਤੋਂ ਪਹਿਲਾਂ ਜਿਹੜੀ ਗੁਰਮੁਖੀ ਦੇ ਅੱਖਰ ਸੀਗੇ ਉਹ ਪ੍ਰਚਲਿਤ ਸੀ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਇਹਨਾਂ ਅੱਖਰਾਂ ਨੂੰ ਇੱਕ ਨਵੀਂ ਤਰਤੀਬ ਦੇ ਕੇ ਇੱਕ ਨਵੀਂ ਵਿਆਕਰਨ ਸ਼ੈਲੀ ਦੇ ਵਿੱਚ ਬੰਨਿਆ ਔਰ ਇਹਨਾਂ ਅੱਖਰਾਂ ਦੇ ਵਿੱਚ ਜਿਹੜੀ ਸਾਡੀ ਹੈਗੀ ਆ ਅੱਖਰਕਾਰੀ ਦੀ ਸ਼ੁਰੂਆਤ ਹੁੰਦੀ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਲਿਖੇ ਗਏ ਆ ਉਹ ਲੋਕਾਂ ਨੇ ਆਪਣੀਆਂ ਸਿਮਰਤੀਆਂ ਦੇ ਨਾਲ ਲਿਖੇ ਹੈ ਔਰ ਸਾਡੇ ਲਈ ਜਿਹੜੀ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਸ ਦੇ ਜਿਹੜੇ ਰਚੇਤਾ ਹੈਗੇ ਸਾਡੇ ਗੁਰੂ ਸਾਹਿਬਾਨ ਹੈ, ਉਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਲਿਖੀ ਹੈ। ਜੇ ਆਪਾਂ ਪੰਜਾਬੀ ਦੇ ਵਿੱਚ ਅੱਖਰਕਾਰੀ ਦਾ ਆਰੰਭ ਮੰਨਦੇ ਹਾਂ ਤਾਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਇਸ ਦਾ ਮੁੱਢ ਬੰਨ ਸਕਦੇ ਹਾਂ। ਹਾਲਾਂਕਿ ਗੁਰੂ ਅੰਗਦ ਦੇਵ ਜੀ ਤੋਂ ਜਿਹੜੀ ਗੁਰਮੁਖੀ ਵਰਣਮਾਲਾ ਸ਼ੁਰੂ ਹੋਈ ਸੀ, ਪਰ ਜੋ ਗੁਰਬਾਣੀ ਗੁਰੂ ਸਾਹਿਬ ਨੇ ਉਚਾਰੀ ਹੈ ਉਸ ਦੇ ਪ੍ਰਮਾਣ ਮਿਲਦੇ ਆ ਕਿ ਗੁਰੂ ਸਾਹਿਬ ਉਸ ਦੀ ਆਪ ਅੱਖਰਕਾਰੀ ਕਰਦੇ ਸਨ। ਸਾਖੀਆਂ ਦੇ ਵਿੱਚ ਪ੍ਰਮਾਣ ਮਿਲਦੇ ਆ ਕਿ ਗੁਰੂ ਸਾਹਿਬ ਕਹਿੰਦੇ ਆ ਮਰਦਾਨਿਆਂ ਅਰਬਾਬ ਛੇੜ ਬਾਣੀ ਆਈ ਹੈ। ਗੁਰੂ ਸਾਹਿਬ ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ, ਬਾਣੀ ਨੂੰ ਲਿਖਿਆ, ਬਾਣੀ ਨੂੰ ਸਾਂਭਿਆ ਪੋਥੀਆਂ ਦੇ ਰੂਪ ਦੇ ਵਿੱਚ। ਔਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਮੇਂ ਦੇ ਵਿੱਚ ਭਾਈ ਮਨਸੁਖ ਜੀ ਹੈ ਉਹਨਾਂ ਨੂੰ ਜਿਹੜੇ ਪਹਿਲੇ ਅੱਖਰਕਾਰ ਹੋਣ ਦਾ ਸਾਡੇ ਇਤਿਹਾਸ ਦੇ ਵਿੱਚ ਮਾਣ ਪ੍ਰਾਪਤ ਹੋਇਆ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਜਦੋਂ ਜਗ੍ਹਾ ਜਗ੍ਹਾ ਉੱਤੇ ਬਾਣੀ ਰਚੀ ਉਸ ਨੂੰ ਇਕੱਤਰ ਕੀਤਾ ਔਰ ਫਿਰ ਜਿਹੜੀ ਉਹ ਬਾਣੀ ਸੀਗੀ ਸਾਡੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਾਂਭੀ। ਗੁਰੂ ਅੰਗਦ ਦੇਵ ਜੀ ਦੇ ਸਾਹਿਬ ਦੇ ਵਿੱਚ ਉਹਨਾਂ ਨੇ ਵੀ ਆਪਣੇ ਕਾਲ ਦੇ ਵਿੱਚ ਕਾਫੀ ਬਾਣੀ ਦੀ ਰਚਨਾ ਕੀਤੀ। ਉਸ ਤੋਂ ਬਾਅਦ ਜਿਹੜੀ ਉਹ ਬਾਣੀ ਹੈ ਗੁਰੂ ਅਮਰਦਾਸ ਜੀ ਤੱਕ ਪਹੁੰਚਦੀ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਜਿਹੜਾ ਬਾਣੀ ਦਾ ਲਿਖਣ ਦਾ ਜਿਹੜਾ ਹੈਗਾ ਵੱਡੇ ਪੱਧਰ ਤੇ ਕੰਮ ਚੱਲਦਾ ਹੈ। ਉਸ ਤੋਂ ਬਾਅਦ ਜਿਹੜੀਆਂ ਭਾਈ ਗੁਰਦਾਸ ਜੀ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਦੇ ਆ, ਗੁਰਬਾਣੀ ਨੂੰ ਹੱਥ ਲਿਖ ਦੇ ਵਿੱਚ ਕਰਦੇ ਆ। ਉਹਨਾਂ ਦੇ ਸਮੇਂ 52 ਪੀੜ੍ਹੀਆਂ ਤੇ 22 ਮੰਜੀਆਂ ਦੇ ਲਈ ਜਿਹੜੀਆਂ ਪੋਥੀਆਂ ਤਿਆਰ ਕੀਤੀਆਂ ਗਈਆਂ ਔਰ ਉਹ ਜਿਹੜਾ ਗੁਰੂ ਸਾਹਿਬ ਦਾ ਕਾਲ ਹੈ ਉਹ ਸਾਡੀ ਜਿਹੜੀ ਅੱਖਰਕਾਰੀ ਦਾ ਉਸ ਨੂੰ ਅਸੀਂ ਸੁਨਹਿਰੀ ਕਾਲ ਕਹਿ ਸਕਦੇ ਹਾਂ। ਉਸ ਤੋਂ ਪਿੱਛੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਣੀ ਲਿਖਦੇ ਆ ਤੇ ਸਾਰੀ ਬਾਣੀ ਦੀ ਸੰਭਾਲ ਕਰਦੇ ਆ। ਜਿੰਨੀਆਂ ਉਹਨਾਂ ਨੂੰ ਪਿਛਲੇ ਗੁਰੂ ਸਾਹਿਬਾਨ ਤੋਂ ਪੁਰਾਤਨ ਪੋਥੀਆਂ ਮਿਲਦੀਆਂ ਉਹਨਾਂ ਦੀ ਸੰਭਾਲ ਕਰਦੇ ਆ।
ਗੁਰੂ ਅਰਜਨ ਦੇਵ ਜੀ ਦੇ ਸਮੇਂ ਇਹਨਾਂ ਪੋਥੀਆਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੋ ਗਈ ਸੀ ਔਰ ਉਹਨਾਂ ਨੂੰ ਸਾਂਭਣ ਦੇ ਵਿੱਚ ਜਿਹੜੀ ਕੋਈ ਮੁਸ਼ਕਲ ਆ ਰਹੀ ਸੀ ਤਾਂ ਉਹਨਾਂ ਨੇ ਆਦਿ ਬੀੜ ਦਾ ਸੰਕਲਨ ਕਰਵਾਇਆ। ਸਾਰੀ ਬਾਣੀ ਨੂੰ ਇੱਕ ਬੀੜ ਦੇ ਵਿੱਚ ਉਹਨਾਂ ਨੇ ਸਾਂਭਿਆ। ਗੁਰੂ ਅਰਜਨ ਦੇਵ ਜੀ ਨਾਲ ਜਿਹੜੀ ਭਾਈ ਗੁਰਦਾਸ ਜੀ ਬਾਣੀ ਲਿਖਣ ਦੀ ਸੇਵਾ ਨਿਭਾਉਂਦੇ ਆ, ਉਹਨਾਂ ਨੇ ਬੜੇ ਵੱਡੇ ਪੱਧਰ ਤੇ ਬਹੁਤ ਸੋਹਣੀ ਅੱਖਰਕਾਰੀ ਕੀਤੀ। ਔਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਾਬਾ ਬਿਧੀ ਚੰਦ ਜੀ ਗੁਰੂ ਸਾਹਿਬ ਦੇ ਲਿਖਾਰੀ ਹੋਏ ਆ। ਬਾਬਾ ਬਿਧੀ ਚੰਦ ਨੇ ਗੁਰਬਾਣੀ ਲਿਖਣ ਦੀ ਸੇਵਾ ਨਿਭਾਈ। ਗੁਰੂ ਹਰ ਰਾਏ ਸਾਹਿਬ ਜੀ ਦੇ ਸਮੇਂ ਭਾਈ ਗੁਰਦਿੱਤਾ ਜੀ ਇਹ ਸੇਵਾ ਨਿਭਾਉਂਦੇ ਆ, ਉਹਨਾਂ ਨੇ ਬਾਣੀ ਲਿਖਣ ਦੀ ਸੇਵਾ ਕੀਤੀ। ਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਭਾਈ ਛੱਜੂ ਝੀਵਰ ਜੀ ਗੁਰਬਾਣੀ ਲਿਖਣ ਦੀ ਸੇਵਾ ਨਿਭਾਉਂਦੇ ਆ। ਗੁਰੂ ਤੇਗ ਬਹਾਦਰ ਜੀ ਨਾਲ ਭਾਈ ਸਦਾਨੰਦ ਜੀ ਜੋ ਕਿ ਭਾਈ ਜੈਤਾ ਜੀ ਦੇ ਪਿਤਾ ਜੀ ਸਨ, ਉਹਨਾਂ ਨੇ ਗੁਰਬਾਣੀ ਲਿਖਣ ਦੀ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹੁਤ ਸਾਰੀ ਜਿਹੜੀ ਹੈਗੀ ਆ ਅੱਖਰਕਾਰੀ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਲਮਾਂ ਦੇ ਨਾਲ ਬਹੁਤ ਸਾਰਾ ਜਿਹੜਾ ਇਤਿਹਾਸ ਆ, ਬਹੁਤ ਸਾਰੀਆਂ ਇਤਿਹਾਸਕ ਕਿਰਤਾਂ ਦੀ ਰਚਨਾ ਕੀਤੀ ਜੋ ਸਾਡੇ ਲਈ ਅੱਖਰਕਾਰੀ ਦਾ ਬਹੁਤ ਵੱਡਾ ਖਜ਼ਾਨਾ ਹੈ। ਗੁਰੂ ਸਾਹਿਬਾਨ ਤੋਂ ਬਾਅਦ ਜੇ ਆਪਾਂ ਨਾਂ ਲਈਏ ਤਾਂ ਸੇਵਾ ਪੰਥੀ ਸੰਪਰਦਾਇ ਆਉਂਦੀ ਹੈ, ਜਿਨ੍ਹਾਂ ਨੇ ਗੁਰਬਾਣੀ ਲਿਖਣ ਦਾ ਬਹੁਤ ਵੱਡਾ ਉਪਰਾਲਾ ਕੀਤਾ। ਉਹਨਾਂ ਨੇ ਬਹੁਤ ਸਾਰਾ ਜਿਹੜਾ ਗੁਰਬਾਣੀ ਦੇ ਗ੍ਰੰਥਾਂ ਦਾ ਉਤਾਰਾ ਕੀਤਾ। ਗੁਰੂ ਕਾਲ ਤੋਂ ਬਾਅਦ ਜਿਹੜੀ ਬਾਣੀ ਹੈਗੀ ਹੈ ਡੇਰਿਆਂ ਦੇ ਵਿੱਚ, ਟਕਸਾਲਾਂ ਦੇ ਵਿੱਚ ਇੱਕ ਲੰਮਾ ਸਮਾਂ ਲਿਖੀ ਜਾਂਦੀ ਰਹੀ ਹੈ। ਔਰ ਜਿਹੜੀਆਂ ਪੁਰਾਤਨ ਬੀੜਾਂ ਉਹ ਅਜੇ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੀਆਂ, ਹਜੇ ਵੀ ਉਹ ਕਿਤੇ ਨਾ ਕਿਤੇ ਉਹ ਇਤਿਹਾਸ ਸਾਡਾ ਸਾਂਭਿਆ ਪਿਆ ਹੈ। ਜਿਹੜੇ ਪੁਰਾਤਨ ਗੁਰਸਿੱਖ ਸੀਗੇ ਉਹਨਾਂ ਦੀ ਇੱਕ ਵੱਖਰੀ ਸ਼ੈਲੀ ਸੀਗੀ ਗੁਰਬਾਣੀ ਲਿਖਣ ਦੀ। ਉਹ ਲੜੀਵਾਰ ਰੂਪ ਦੇ ਵਿੱਚ ਜਿਹੜਾ ਗੁਰਬਾਣੀ ਲਿਖਦੇ ਸਨ। ਉਸ ਵੇਲੇ ਜਿਹੜੀ ਸੇਵਾ ਪੰਥੀ ਤੇ ਅਡਣਸ਼ਾਹੀ ਜਿਹੜੇ ਹੈਗੇ ਸੀਗੇ ਸਿੱਖ, ਉਹਨਾਂ ਨੇ ਇਸ ਮੁਹਿੰਮ ਨੂੰ ਕਾਫੀ ਅੱਗੇ ਤੋਰਿਆ। ਉਸ ਸਮੇਂ ਜਿਹੜੇ ਅਡਣਸ਼ਾਹੀ ਸਿੱਖ ਸੀਗੇ ਉਹ ਗੁਰੂ ਸਾਹਿਬ ਲਈ ਸਿਆਹੀ ਤਿਆਰ ਕਰਦੇ ਸੀ, ਗੁਰਬਾਣੀ ਲਿਖਣ ਲਈ ਸਿਆਹੀ ਤਿਆਰ ਕਰਦੇ ਸੀ ਤੇ ਸੰਗਤ ਦੇ ਵਿੱਚ ਵੰਡਦੇ ਸੀਗੇ। ਉਸ ਸਿਆਹੀ ਦੇ ਵਿੱਚ ਸੋਨਾ ਵੀ ਪੈਂਦਾ ਸੀਗਾ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕੀਮਤੀ ਜੜੀ ਬੂਟੀਆਂ ਦੇ ਨਾਲ ਉਹ ਸਿਆਹੀ ਤਿਆਰ ਕੀਤੀ ਜਾਂਦੀ ਸੀਗੀ, ਜਿਹਦੇ ਨਾਲ ਉਸ ਸਿਆਹੀ ਦੀ ਜਿਹੜੀ ਉਮਰ ਹੈ ਬਹੁਤ ਲੰਬੀ ਸੀਗੀ। ਉਸ ਸਿਆਹੀ ਨੂੰ ਅਡਣਸ਼ਾਹੀ ਸਿਆਹੀ ਦਾ ਨਾਮ ਵੀ ਦਿੱਤਾ ਜਾਂਦਾ ਹੈ। ਜਿਹੜਾ ਗੁਰੂ ਕਾਲ ਹੈ ਉਸ ਕਾਲ ਦੇ ਵਿੱਚ ਸਾਡੀ ਜਿਹੜੀ ਅੱਖਰਕਾਰੀ ਆ ਪੂਰੀ ਚਰਮ ਸੀਮਾ ਤੇ ਸੀ। ਔਰ ਜੇ ਆਪਾਂ ਕਹਿ ਦਈਏ ਵੀ ਕੋਈ ਕਾਲ ਹੈ, ਉਸ ਕਾਲ ਦੇ ਵਿੱਚ ਸਿਰਫ ਇੱਕ ਧਾਰਾ ਨਹੀਂ ਚੱਲਦੀਗੀ, ਪੈਰਲਲ ਉਹਦੇ ਕਈ ਧਾਰਾਵਾਂ ਚੱਲਦੀਆਂ। ਮਝਲੇ ਸਮੇਂ ਦੇ ਵਿੱਚ ਜੇ ਗੁਰਮਤਿ ਕਾਵਿਧਾਰਾ ਚੱਲਦੀ ਸੀ ਤਾਂ ਉਸ ਦੇ ਬਰਾਬਰ ਇੱਕ ਸੂਫੀ ਕਾਵਿਧਾਰਾ ਵੀ ਚੱਲ ਰਹੀ ਸੀ, ਉਸ ਦੇ ਬਰਾਬਰ ਇੱਕ ਕਿੱਸਾ ਕਾਵਿਧਾਰਾ ਵੀ ਚੱਲ ਰਹੀ ਸੀ। ਉਸ ਸਮੇਂ ਦੇ ਵਿੱਚ ਜਿਹੜੀ ਕਿੱਸਿਆਂ ਦੀ ਅੱਖਰਕਾਰੀ ਆ ਉਹ ਵੀ ਸਾਨੂੰ ਕਿਤੇ ਨਾ ਕਿਤੇ ਮਿਲਦੀ ਹੈ। ਔਰ ਇਹ ਵੀ ਇੱਕ ਸਾਡੇ ਲਈ ਮਤਲਬ ਬਹੁਤ ਵਧੀਆ ਨਮੂਨਾ ਹੈਗਾ ਅੱਖਰਕਾਰੀ ਦਾ। ਮੱਧਕਾਲ ਦੀਆਂ ਜਿਹੜੀਆਂ ਰਚਨਾਵਾਂ ਸੀਗੀਆਂ ਉਹਨਾਂ ਦੇ ਵਿੱਚ ਰੱਬ ਕੇਂਦਰ ਦੇ ਵਿੱਚ ਸੀਗਾ। ਰੱਬ ਨੂੰ ਕੇਂਦਰ ਦੇ ਵਿੱਚ ਰੱਖ ਕੇ ਉਹ ਜਿਹੜੀਆਂ ਰਚਨਾਵਾਂ ਦੀ ਰਚਨਾ ਕੀਤੀ ਜਾਂਦੀ ਸੀ। ਜਿਹੜਾ ਕਿੱਸਾ ਸਾਹਿਤ ਸੀਗਾ ਸਾਡੇ ਕੋਲ ਜਿਹੜਾ ਮਿਲਦਾ ਹੈ, ਕਿੱਸਾਕਾਰਾਂ ਨੇ ਸਰੀਰਕ ਪੱਧਰ ਦੇ ਪਿਆਰ ਨੂੰ ਅਧਿਆਤਮਕ ਰੰਗਨ ਦੇ ਕੇ ਉਸ ਨੂੰ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਇੱਕ ਗੁਰਮਤਿ ਕਾਵਿ ਤੋਂ ਇੱਕ ਵੱਖਰੀ ਧਾਰਾ ਹੈ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਚਾਹੇ ਉਹਨਾਂ ਦੀ ਜਿਹੜੀ ਦਰਬਾਰੀ ਭਾਸ਼ਾ ਫਾਰਸੀ ਸੀਗੀ, ਪਰ ਉਹਨਾਂ ਨੇ ਗੁਰਬਾਣੀ ਤੇ ਬਹੁਤ ਜ਼ਿਆਦਾ ਕੰਮ ਕਰਵਾਇਆ। ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੀ ਨਕਾਸ਼ੀ ਕਰਵਾਈ, ਗੁਰਬਾਣੀ ਦੇ ਅੱਖਰਾਂ ਨੂੰ ਲਿਖਵਾਇਆ। ਬਹੁਤ ਸੋਹਣੀ ਅੱਖਰਕਾਰੀ ਦੇ ਨਮੂਨੇ ਸਾਨੂੰ ਉਸ ਵੇਲੇ ਮਿਲਦੇ ਆ। ਔਰ ਕੁਝ ਜਿਹੜੇ ਪੁਰਾਤਨ ਸਰੂਪ ਅਜੇ ਵੀ ਸਾਡੇ ਕੋਲ ਇਤਿਹਾਸਕ ਤੌਰ ਤੇ ਪਏ ਆ, ਉਹਨਾਂ ਦੇ ਵਿੱਚ ਅੱਖਰਕਾਰੀ ਦੇ ਨਾਲ ਨਾਲ ਸੋਨੇ ਦੇ ਪੱਤਰੇ ਚੜੇ ਹੋਏ, ਵੇਲਕਾਰੀ ਕੀਤੀ ਹੋਈ ਸਾਨੂੰ ਮਿਲਦੀ ਹੈ। ਗੁਰਮਤਿ ਦੇ ਵਿੱਚ ਜੇ ਆਪਾਂ ਅੱਖਰਕਾਰੀ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਹੋਰ ਵੀ ਬਹੁਤ ਸਾਰੇ ਖੇਤਰ ਸੀ ਜਿਨ੍ਹਾਂ ਦੇ ਵਿੱਚ ਅੱਖਰਕਾਰੀ ਜਿਹੜੀ ਹੈ ਵਿਕਾਸ ਕਰਦੀ ਸੀਗੀ। ਉਸ ਸਮੇਂ ਦੇ ਜਿਹੜੇ ਰਾਜੇ ਸੀਗੇ ਉਹ ਰਾਜੇ ਜਿਹੜੇ ਦੂਸਰੇ ਰਾਜੇ ਤੱਕ ਆਪਣਾ ਸੰਦੇਸ਼ ਭੇਜਦੇ ਸੀ। ਜਨਤਾ ਦੇ ਨਾਂ ਜਿਹੜਾ ਸੰਦੇਸ਼ ਹੁੰਦਾ ਸੀ ਰੋਜ਼ਨਾਮੇ ਲਿਖੇ ਜਾਂਦੇ ਸਨ। ਉਹ ਵੀ ਅੱਖਰਕਾਰੀ ਦੇ ਸਾਡੇ ਕੋਲੇ ਬਹੁਤ ਵਧੀਆ ਨਮੂਨੇ ਹੈ। ਆਮ ਲੋਕ ਜਿਹੜੇ ਆਪਣੇ ਦੁੱਖ ਸੁੱਖ ਜਾਂ ਖੁਸ਼ੀ ਗਮੀ ਦੇ ਸੰਦੇਸ਼ ਲਿਖਦੇ ਸੀਗੇ ਚਿੱਠੀਆਂ ਦੇ ਰੂਪ ਦੇ ਵਿੱਚ, ਉਹ ਵੀ ਅੱਖਰਕਾਰੀ ਦਾ ਇੱਕ ਬਹੁਤ ਵਧੀਆ ਨਮੂਨਾ ਸੀ। ਹਰਿਦੁਆਰ ਦੇ ਪਾਂਡਿਆਂ ਦੀਆਂ ਜਿਹੜੀਆਂ ਵਹੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਗੁਰਮੁਖੀ ਦੇ ਵਿੱਚ ਦਸਤਖਤ ਮਿਲਦੇ ਆ। ਉਸ ਨੂੰ ਵੀ ਅਸੀਂ ਇੱਕ ਅੱਖਰਕਾਰੀ ਦੇ ਨਮੂਨੇ ਦੇ ਤੌਰ ਤੇ ਲੈ ਸਕਦੇ ਹਾਂ।
ਇਸ ਤੋਂ ਇਲਾਵਾ ਜੇ ਅਸੀਂ ਲੋਕਧਾਰਾ ਦੇ ਖੇਤਰ ਦੇ ਵਿੱਚ ਗੱਲ ਕਰਦੇ ਹਾਂ ਤਾਂ ਲੋਕਧਾਰਾ ਦੇ ਖੇਤਰ ਦੇ ਵਿੱਚ ਵੀ ਜਿਹੜੀ ਅੱਖਰਕਾਰੀ ਹੈ ਇੱਕ ਲੋਕ ਕਲਾ ਵਜੋਂ ਉਭਰੀ ਹੈ। ਉਸ ਸਮੇਂ ਦੇ ਜਿਹੜੀਆਂ ਸਾਡੀਆਂ ਸਵਾਣੀਆਂ ਸੀ, ਸਾਡੀਆਂ ਭੈਣਾਂ ਸੀਗੀਆਂ, ਉਹ ਆਪਣੇ ਮਨ ਦੇ ਵਲਵਲਿਆਂ ਨੂੰ ਕਸ਼ੀਦਾਕਾਰੀ ਦੇ ਰੂਪ ਵਿੱਚ ਪੇਸ਼ ਕਰਦੀਆਂ ਸਨ। ਔਰ ਉਸ ਸਮੇਂ ਪੱਖੀਆਂ ਦੇ ਵਿੱਚ, ਦਰੀਆਂ ਦੇ ਵਿੱਚ, ਮਤਲਬ ਖੇਸਾਂ ਦੀ ਜਦੋਂ ਬੁਣਤੀ ਕਰਦੀਆਂ ਸਨ ਤੇ ਉਹਨਾਂ ਦੇ ਵਿੱਚ ਵੀ ਕਢਾਈ ਦੇ ਨਾਲ ਅੱਖਰਕਾਰੀ ਦੇ ਨਮੂਨੇ ਮਿਲਦੇ ਹੈ। ਔਰ ਕੁਝ ਕੁ ਸਮਾਂ ਪਹਿਲਾਂ ਤੱਕ ਇੱਕ ਹਰਿਮੰਦਰ ਸਾਹਿਬ ਦੀ ਜਿਹੜੀ ਹੈਗੀ ਹੈ ਤਸਵੀਰ ਆ, ਉਹ ਕਸ਼ੀਦਾਕਾਰੀ ਦੇ ਵਿੱਚ ਮਿਲਦੀ ਸੀ ਤੇ ਉਹਦੇ ਥੱਲੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਸਨ। ਉਹ ਸਾਡੇ ਆਮ ਹੀ ਘਰਾਂ ਦਾ ਸ਼ਿੰਗਾਰ ਹੁੰਦੀ ਸੀਗੀ। ਉਹ ਵੀ ਇੱਕ ਅੱਖਰਕਾਰੀ ਦਾ ਇੱਕ ਵਧੀਆ ਰੁਝਾਨ ਸੀਗਾ, ਉਹਨੂੰ ਵੀ ਆਪਾਂ ਅੱਖਰਕਾਰੀ ਦੇ ਨਾਲ ਜੋੜ ਸਕਦੇ ਹਾਂ। ਔਰ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਸਾਹੇ ਚਿੱਠੀਆਂ ਸੀਗੀਆਂ, ਸਾਹੇ ਚਿੱਠੀ ਵੀ ਅੱਖਰਕਾਰੀ ਦਾ ਇੱਕ ਬਹੁਤ ਵਧੀਆ ਨਮੂਨਾ ਸੀਗਾ। ਸਾਹੇ ਚਿੱਠੀ ਦੀ ਸਾਡੇ ਮਤਲਬ ਜੀਵਨ ਦੇ ਵਿੱਚ ਬਹੁਤ ਮਹਾਨਤਾ ਸੀਗੀ। ਸਾਹੇ ਚਿੱਠੀ ਲਿਖਣ ਵਾਲੇ ਨੂੰ ਤੇ ਸਾਹੇ ਚਿੱਠੀ ਪੜ੍ਹਨ ਵਾਲੇ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਸੀ। ਔਰ ਸਾਹੇ ਚਿੱਠੀ ਵੀ ਅੱਖਰਕਾਰੀ ਦੇ ਇੱਕ ਬਹੁਤ ਵਧੀਆ ਨਮੂਨੇ ਵਜੋਂ ਉਭਰੀ ਸੀਗੀ। ਉਸ ਤੋਂ ਬਾਅਦ ਰਾਜਨੀਤਿਕ ਹਾਲਾਤ ਬਦਲੇ ਤਾਂ ਜਿਹੜੀ ਸਾਡੀ ਪੰਜਾਬੀ ਦੀ ਅੱਖਰਕਾਰੀ ਸੀਗੀ ਉਹ ਘਟਣੀ ਸ਼ੁਰੂ ਹੋ ਗਈ। ਅੰਗਰੇਜ਼ ਹਕੂਮਤ ਦੇ ਆਉਣ ਦੇ ਨਾਲ ਬਹੁਤ ਕੁਝ ਬਦਲ ਗਿਆ। ਅੱਖਰਕਾਰੀ ਜਿਹੜੀ ਇੱਕ ਹਾਸ਼ੀਏ ਤੇ ਚਲੀ ਗਈ। ਛਾਪੇਖਾਨੇ ਦੀ ਆਮਦ ਦੇ ਨਾਲ ਅੱਖਰਕਾਰੀ ਦਾ ਰੁਝਾਨ ਜਿਹੜਾ ਬਹੁਤ ਜ਼ਿਆਦਾ ਘਟ ਗਿਆ। ਪਰ ਇਸ ਸਮੇਂ ਜਦੋਂ ਮਿਸ਼ਨਰੀ ਆਉਂਦੇ ਆ ਤਾਂ ਉਹਨਾਂ ਨੇ ਜਿਹੜਾ ਆਪਣਾ ਸਾਹਿਤ ਹੈ ਲੋਕਾਂ ਦੇ ਵਿੱਚ ਅੱਖਰਕਾਰੀ ਦੇ ਰੂਪ ਵਿੱਚ ਵੀ ਵੰਡਿਆ ਸੀਗਾ। ਉਸ ਨੂੰ ਵੀ ਪੰਜਾਬੀ ਅੱਖਰਕਾਰੀ ਦਾ ਅਸੀਂ ਇੱਕ ਨਮੂਨੇ ਵਜੋਂ ਪੇਸ਼ ਕਰ ਸਕਦੇ ਹਾਂ। ਔਰ ਉਸ ਸਮੇਂ ਦੇ ਵਿੱਚ ਜਿਹੜੀਆਂ ਵੀ ਕੋਈ ਧਾਰਮਿਕ ਲਹਿਰਾਂ ਚੱਲੀਆਂ, ਸਮਾਜ ਸੁਧਾਰਕ ਲਹਿਰਾਂ ਚੱਲੀਆਂ, ਜਿਵੇਂ ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਆਜ਼ਾਦੀ ਦੀ ਲਹਿਰ, ਇਹਨਾਂ ਲਹਿਰਾਂ ਦੇ ਵਿੱਚ ਵੀ ਜਿਹੜੇ ਲਹਿਰਾਂ ਦੇ ਮੁਖੀਆਂ ਵੱਲੋਂ ਸੰਦੇਸ਼ ਹੁੰਦੇ ਸੀ ਜਨਤਾ ਦੇ ਨਾਂ ਤੇ, ਉਹ ਵੀ ਹੱਥ ਲਿਖਤ ਦੇ ਵਿੱਚ ਹੁੰਦੇ ਸੀਗੇ। ਉਸ ਨੂੰ ਵੀ ਅਸੀਂ ਅੱਖਰਕਾਰੀ ਦੇ ਵਿੱਚ ਅਸੀਂ ਰੱਖ ਸਕਦੇ ਹਾਂ। ਔਰ ਅੰਗਰੇਜ਼ ਸਰਕਾਰ ਸੀਗੀ, ਉਹਨਾਂ ਨੂੰ ਜੇ ਕੁਝ ਲੱਗਦਾ ਸੀ ਵੀ ਆਹ ਜਿਹੜਾ ਪ੍ਰਚਾਰ ਸਾਡੇ ਉਲਟ ਹੋ ਰਿਹਾ, ਉਹ ਉਸ ਦੀ ਛਪਾਈ ਬੰਦ ਕਰ ਦਿੰਦੀ ਸੀਗੀ, ਉਸ ਦੇ ਛਾਪਣ ਤੇ ਰੋਕ ਲਾ ਦਿੰਦੇ ਸੀਗੇ। ਫਿਰ ਉਹ ਜਿਹੜੇ ਸੰਦੇਸ਼ ਸੀਗੇ ਲਿਖ ਕੇ ਲੋਕਾਂ ਤੱਕ ਪਹੁੰਚਾਏ ਜਾਂਦੇ ਸੀਗੇ। ਉਹ ਵੀ ਇੱਕ ਅੱਖਰਕਾਰੀ ਦਾ ਬਹੁਤ ਵਧੀਆ ਨਮੂਨਾ ਸਾਡੇ ਕੋਲ ਹੈਗਾ। ਉਸ ਤੋਂ ਬਾਅਦ ਜਿਹੜੇ ਅਖਬਾਰ ਦੀ ਸ਼ੁਰੂਆਤ ਹੋਈ ਤਾਂ ਜਿਹੜਾ ਪਹਿਲਾ ਅਖਬਾਰ ਸੀਗਾ ਹੱਥ ਲਿਖਤ ਦੇ ਵਿੱਚ ਸ਼ੁਰੂ ਹੋਇਆ ਸੀਗਾ। ਉਸ ਤੋਂ ਬਾਅਦ ਜਿਹੜੇ ਅਖਬਾਰ ਹੈਗਾ ਉਹ ਛਾਪੇਖਾਨੇ ਦੇ ਵਿੱਚ ਅੱਖਰਾਂ ਨੂੰ, ਜਿਹਨੂੰ ਆਪਾਂ ਲਿਥੋਗ੍ਰਾਫੀ ਕਹਿ ਦਿੰਦੇ ਹਾਂ, ਅੱਖਰ ਨਕਾਸ਼ ਕੇ ਜੋੜ ਕੇ ਉਹਨਾਂ ਦੁਆਰਾ ਛਾਪੇ ਜਾਂਦੇ ਸੀਗੇ। ਔਰ ਹੱਥ ਲਿਖਤ ਅਖਬਾਰ ਹੈ ਜਿਹੜੇ ਉਹ ਵੀ ਸਾਨੂੰ ਮਿਲਦੇ ਆ। ਆਜ਼ਾਦੀ ਤੋਂ ਬਾਅਦ ਦੀ ਜਿਹੜੀ ਰਾਜਨੀਤਿਕ ਉਥਲ ਪੁਥਲ ਤੋਂ ਬਾਅਦ ਜਦੋਂ ਸਾਡਾ ਦੇਸ਼ ਆਜ਼ਾਦ ਹੁੰਦਾ ਤਾਂ ਜਿਹੜੇ ਸਾਡੇ ਉਸ ਸਮੇਂ ਦੇ ਲੇਖਕ ਸੀ, ਕਵੀ ਸੀ, ਸਾਹਿਤਕਾਰ ਸੀ, ਉਹਨਾਂ ਨੇ ਸਾਡੇ ਸਮਾਜ ਦੇ ਵਿੱਚ ਨਵੀਆਂ ਜਿਹੜੀਆਂ ਸਾਹਿਤ ਰੂਪਾਂ ਨੂੰ ਪੇਸ਼ ਕੀਤਾ। ਔਰ ਜੋ ਕਿ ਪੱਛਮ ਦੇ ਪ੍ਰਭਾਵ ਤੋਂ ਕਾਫੀ ਪ੍ਰਭਾਵਿਤ ਸੀ। ਨਵੇਂ ਸਾਹਿਤ ਰੂਪ ਆਏ ਔਰ ਉਹਦੇ ਨਾਲ ਨਵੇਂ ਰੁਝਾਨ ਸ਼ੁਰੂ ਹੋਏ। ਜੇ ਉਹਨਾਂ ਨੂੰ ਆਪਾਂ ਅੱਖਰਕਾਰੀ ਦੇ ਨਾਲ ਜੋੜਦੇ ਹਾਂ ਤਾਂ ਉਹਨਾਂ ਜਿਹੜੀਆਂ ਕਿਤਾਬਾਂ ਦੇ ਸਿਰਲੇਖ ਲਿਖੇ ਜਾਂਦੇ ਸੀਗੇ, ਉਹਨਾਂ ਦੇ ਵਿੱਚ ਬਹੁਤ ਖੂਬਸੂਰਤ ਅੱਖਰਕਾਰੀ ਦੇ ਸਾਨੂੰ ਨਮੂਨੇ ਮਿਲਦੇ ਆ। ਕਿਤਾਬਾਂ ਦੇ ਸਿਰਲੇਖਾਂ ਤੋਂ ਬਾਅਦ ਜਿਹੜੇ ਸਾਡੇ ਕੁਝ ਰਸਾਲੇ ਸ਼ਬਦ ਸੀਗੇ, ਜਿਵੇਂ ਨਾਗਮਣੀ, ਆਰਸੀ, ਪ੍ਰੀਤਲੜੀ, ਉਹਨਾਂ ਦਾ ਤੁਸੀਂ ਸਿਰਲੇਖ ਕਿਤੇ ਦੇਖੋਗੇ ਤਾਂ ਬਹੁਤ ਸੋਹਣਾ ਲਿਖਿਆ ਹੁੰਦਾ ਸੀਗਾ। ਉਹਦੇ ਵਿੱਚ ਵੀ ਉਹਨਾਂ ਰਸਾਲਿਆਂ ਦੇ ਵਿੱਚ ਵੀ ਕਈ ਹੱਥ ਲਿਖਤਾਂ ਦੇ ਸਾਨੂੰ ਨਮੂਨੇ ਮਿਲਦੇ ਆ। ਇਮਰੋਜ਼ ਦਾ ਇੱਕ ਆਪਣਾ ਅੱਖਰਕਾਰੀ ਦਾ ਆਪਣਾ ਇੱਕ ਦਾਇਰਾ ਸੀਗਾ, ਉਹਨਾਂ ਦਾ ਆਪਣਾ ਢੰਗ ਸੀਗਾ। ਉਹਨਾਂ ਦੀਆਂ ਵੀ ਬਹੁਤ ਵਧੀਆ ਜਿਹੜੀਆਂ ਰਚਨਾਵਾਂ ਸਾਨੂੰ ਪੁਰਾਤਨ ਰਸਾਲਿਆਂ ਦੇ ਵਿੱਚ ਮਿਲ ਜਾਣਗੀਆਂ। ਉਸ ਤੋਂ ਬਾਅਦ ਜਦੋਂ ਸਾਡੇ ਸਮਾਜ ਦੇ ਵਿੱਚ ਸਿਨੇਮੇ ਦੀ ਆਮਦ ਹੁੰਦੀ ਹੈ ਤਾਂ ਸਿਨੇਮੇ ਨੂੰ ਜੇ ਅਸੀਂ ਅੱਖਰਕਾਰੀ ਨਾਲ ਜੋੜੀਏ ਤਾਂ ਇੱਕ ਮਤਲਬ ਉਹਦੀਆਂ ਬਹੁਤ ਵਧੀਆ ਉਦਾਹਰਨਾਂ ਮਿਲਦੀਆਂ। ਜਦੋਂ ਸਿਨੇਮੇ ਦੇ ਵਿੱਚ ਕੁਝ ਫਿਲਮ ਆਉਂਦੀ ਸੀ ਤਾਂ ਜਿਹੜੀ ਫਿਲਮ ਦੇ ਟਾਈਟਲ ਲਿਖੇ ਹੁੰਦੇ ਸੀਗੇ ਉਹ ਬੜੇ ਵਧੀਆ ਤਰੀਕੇ ਨਾਲ ਤੇ ਆਕਰਸ਼ਕ ਲਿਖੇ ਹੁੰਦੇ ਸੀਗੇ। ਔਰ ਉਹਨਾਂ ਫਿਲਮਾਂ ਦੀ ਜਿਹੜੀ ਮਸ਼ਹੂਰੀ ਹੁੰਦੀ ਸੀਗੀ, ਇੱਕ ਚਿੱਟੇ ਕੱਪੜੇ ਦੀ ਕੈਨਵਸ ਤਿਆਰ ਕਰਕੇ ਉਸ ਦੇ ਉੱਪਰ ਬੁਰਸ਼ ਨਾਲ ਰੰਗਾਂ ਦੇ ਨਾਲ ਲਿਖ ਕੇ ਟਾਂਗਿਆਂ ਦੇ ਪਿੱਛੇ ਜਾਂ ਰਿਕਸ਼ਿਆਂ ਦੇ ਪਿੱਛੇ ਉਹਨਾਂ ਨੂੰ ਬੰਨ੍ਹ ਕੇ ਉਹ ਫਿਲਮ ਦੀ ਮਸ਼ਹੂਰੀ ਕੀਤੀ ਜਾਂਦੀ ਸੀਗੀ। ਔਰ ਉਹ ਵੀ ਇੱਕ ਅੱਖਰਕਾਰੀ ਦਾ ਬਹੁਤ ਵਧੀਆ ਨਮੂਨਾ ਸੀ। ਉਸ ਤੋਂ ਬਾਅਦ ਦੁਕਾਨਾਂ ਦੇ ਬਾਹਰ, ਹੋਟਲਾਂ ਦੇ ਬਾਹਰ ਜਿਹੜੀਆਂ ਦੁਕਾਨਾਂ ਦੇ ਨਾਂ ਲਿਖੇ ਜਾਂਦੇ ਸੀਗੇ ਜਾਂ ਜੋ ਉੱਥੇ ਵਸਤਾਂ ਵੇਚੀਆਂ ਜਾਂਦੀਆਂ ਸਨ, ਉਹਨਾਂ ਦਾ ਜਿਹੜਾ ਵੇਰਵਾ ਸੀਗਾ ਬੁਰਸ਼ ਦੀ ਅੱਖਰਕਾਰੀ ਦੇ ਨਾਲ ਉਸ ਦਾ ਰੁਝਾਨ ਸ਼ੁਰੂ ਹੋਇਆ। ਉਸ ਤੋਂ ਬਾਅਦ ਜਦੋਂ ਸਾਡਾ ਸੜਕਾਂ ਦਾ ਵਿਕਾਸ ਹੋਇਆ ਤੇ ਸੜਕਾਂ ਦੇ ਜਿਹੜੇ ਮੀਲ ਪੱਥਰ ਹੈ ਉਹਨਾਂ ਦੇ ਵਿੱਚ ਸਾਨੂੰ ਅੱਖਰਕਾਰੀ ਆਪਣਾ ਵਿਕਾਸ ਕਰਦੀ ਨਜ਼ਰ ਆਈ। ਮੀਲ ਪੱਥਰਾਂ ਤੋਂ ਬਾਅਦ ਜਿਹੜੇ ਸਾਡੇ
ਲੀਡਰ ਸੀਗੇ ਉਹ ਨੀਂਹ ਪੱਥਰ ਰੱਖਦੇ ਸੀ ਕਿਸੇ ਚੀਜ਼ ਦਾ, ਤੇ ਨੀਂਹ ਪੱਥਰਾਂ ਦੇ ਵਿੱਚ ਵੀ ਸਾਨੂੰ ਪੰਜਾਬੀ ਦੀ ਅੱਖਰਕਾਰੀ ਮਿਲਦੀ ਹੈ, ਉਕਰਾਈ ਹੋਈ ਮਿਲਦੀ ਹੈ। ਉਸ ਤੋਂ ਬਾਅਦ ਜਦੋਂ ਸਿੱਖਿਆ ਜਗਤ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਸਾਡੀਆਂ ਯੂਨੀਵਰਸਿਟੀਆਂ ਨੇ ਵਿਕਾਸ ਕੀਤਾ, ਤੇ ਯੂਨੀਵਰਸਿਟੀਆਂ ਦੇ ਵਿੱਚ ਫਾਈਨ ਆਰਟਸ ਦੇ ਕੁਝ ਕੋਰਸ ਸ਼ੁਰੂ ਹੋਏ, ਔਰ ਡਰਾਇੰਗ ਦੀਆਂ ਪੋਸਟਾਂ ਸਾਡੇ ਸਕੂਲਾਂ ਦੇ ਵਿੱਚ ਆਈਆਂ ਤਾਂ ਉਹਨਾਂ ਟੀਚਰਾਂ ਨੇ ਵੀ ਅੱਖਰਕਾਰੀ ਨੂੰ ਕਾਫੀ ਹੁਲਾਰਾ ਦਿੱਤਾ। ਯੂਨੀਵਰਸਿਟੀ ਦੇ ਵਿੱਚ ਪਹਿਲਾਂ ਇੱਕ ਕੈਲੀਗ੍ਰਾਫਰ ਦੀ ਪੋਸਟ ਹੁੰਦੀ ਸੀਗੀ, ਜਿਹੜੇ ਕਿ ਡਿਗਰੀਆਂ ਦੇ ਉੱਪਰ ਨਾਮ ਬਹੁਤ ਸੋਹਣੇ ਕਰਕੇ ਲਿਖਦਾ ਸੀਗਾ। ਹੁਣ ਤਾਂ ਜਿਹੜੀਆਂ ਡਿਗਰੀਆਂ ਹੈਗੀਆਂ ਉਹ ਪ੍ਰਿੰਟ ਫਾਰਮ ਦੇ ਵਿੱਚ ਆਉਂਦੀਆਂ, ਪਰ ਮੇਰੇ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਡਿਗਰੀਆਂ ਹੈਗੀਆਂ, ਮੇਰੀਆਂ ਵੀ ਕੁਝ ਡਿਗਰੀਆਂ ਹੱਥ ਲਿਖਤ ਹੈਗੀਆਂ, ਔਰ ਉਸ ਤੋਂ ਜਿਹੜੀਆਂ ਪੁਰਾਣੀਆਂ ਡਿਗਰੀਆਂ ਸੀ ਉਹਨਾਂ ਦੇ ਵਿੱਚ ਬਹੁਤ ਸੋਹਣੀ ਅੱਖਰਕਾਰੀ ਦੇ ਨਮੂਨੇ ਮਿਲਦੇ ਸੀ। ਉਹ ਤਾਂ ਪੋਸਟ ਸ਼ਾਇਦ ਹੁਣ ਖਤਮ ਹੀ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਬੱਚਿਆਂ ਦੇ ਸਰਟੀਫਿਕੇਟਾਂ ਦੇ ਉੱਪਰ ਜਿਹੜੇ ਬਹੁਤ ਸੋਹਣੇ ਨਾਂ ਲਿਖੇ ਜਾਂਦੇ ਸੀਗੇ, ਕਿਸੇ ਇੱਕ ਬਹੁਤ ਹੀ ਤਜਰਬੇਕਾਰ ਆਦਮੀ ਦੀ ਚੋਣ ਕੀਤੀ ਜਾਂਦੀ ਸੀ ਉਹਦੇ ਲਈ, ਜਿਹਦੀ ਅੱਖਰਾਂ ਦੇ ਵਿੱਚ ਪੂਰੀ ਨਫਾਸਤ ਹੋਵੇ, ਅੱਖਰ ਉਹਦੇ ਬਿਲਕੁਲ ਸਾਫ਼ ਹੋਣ, ਔਰ ਇਹਨਾਂ ਚੀਜ਼ਾਂ ਨੇ ਵੀ ਅੱਖਰਕਾਰੀ ਨੂੰ ਇੱਕ ਹੁਲਾਰਾ ਦਿੱਤਾ ਸੀ। ਇਸ ਤਰ੍ਹਾਂ ਜਿਹੜੀ ਅੱਖਰਕਾਰੀ ਹੈ ਉਹ ਨਵੇਂ-ਨਵੇਂ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਰਹੀ ਹੈ। ਟਾਈਪ ਮਸ਼ੀਨਾਂ ਦੇ ਆਉਣ ਤੋਂ ਬਾਅਦ ਅੱਖਰਕਾਰੀ ਦਾ ਜਿਹੜਾ ਰੁਝਾਨ ਥੋੜ੍ਹਾ ਘਟਿਆ। ਉਸ ਤੋਂ ਬਾਅਦ ਜਦੋਂ ਦਾ ਕੰਪਿਊਟਰ ਯੁੱਗ ਆਇਆ ਤਾਂ ਸਾਡੀ ਜਿਹੜੀ ਅੱਖਰਕਾਰੀ ਹੈ ਬਿਲਕੁਲ ਹਾਸ਼ੀਏ 'ਤੇ ਚਲੀ ਗਈ। ਸਾਡੇ ਬੱਚੇ ਲਿਖਣੋਂ ਹਟ ਗਏ, ਉਹਨਾਂ ਦੀ ਲਿਖਾਈ ਦੇ ਵਿੱਚ ਬਿਲਕੁਲ ਸਫਾਈ ਨਹੀਂ ਸੀਗੀ। ਪਰ ਪਿਛਲੇ 2 ਦਹਾਕਿਆਂ ਦੇ ਵਿੱਚੋਂ ਇਸ ਚੀਜ਼ ਦੇ ਵੱਲ ਥੋੜ੍ਹੀ ਜਿਹੀ ਚੇਤਨਾ ਆਈ ਹੈ, ਲੋਕ ਸੁਚੇਤ ਹੋ ਰਹੇ ਹੈ, ਬੱਚਿਆਂ ਨੂੰ ਦੁਬਾਰਾ ਲਿਖਾਈ ਦੇ ਨਾਲ ਜੋੜਿਆ ਜਾ ਰਿਹਾ ਹੈ। ਸਾਡਾ ਜਿਹੜਾ ਅਧਿਆਪਕ ਵਰਗ ਹੈ ਉਹ ਬਹੁਤ ਜ਼ਿਆਦਾ ਸੁਚੇਤ ਹੋਇਆ। ਖੁਦ ਅਧਿਆਪਕਾਂ ਨੇ ਬੜੀ ਮਿਹਨਤ ਦੇ ਨਾਲ ਅੱਖਰਕਾਰੀ ਦੇ ਖੇਤਰ ਦੇ ਵਿੱਚ ਇਸ ਨੂੰ ਸਿੱਖਿਆ, ਆਪਣੇ ਬੱਚਿਆਂ ਤੱਕ ਇਸ ਚੀਜ਼ ਨੂੰ ਲੈ ਕੇ ਗਏ ਹੈ। ਇਹ ਬੜੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਪੁਰਾਤਨ ਵਿਰਸੇ ਨੂੰ ਦੁਬਾਰਾ ਮੁੜ ਸਰਜੀਤ ਕਰ ਰਹੇ ਹਾਂ। ਜਿਹੜੀਆਂ ਕਲਮਾਂ ਫਟੀਆਂ ਸਮੇਂ ਦੇ ਥਪੇੜਿਆਂ ਦੇ ਵਿੱਚ ਕਿਤੇ ਵਿਸਰ ਗਈਆਂ ਸਨ, ਅੱਜ ਅਸੀਂ ਉਹਨਾਂ ਕਲਮਾਂ ਫਟੀਆਂ ਨੂੰ ਦੁਬਾਰਾ ਸਾਡੇ ਬੱਚਿਆਂ ਦੇ ਵਿੱਚ ਲੈ ਕੇ ਆ ਰਹੇ ਹਾਂ। ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਅੱਖਰਕਾਰੀ ਦੇ ਖੇਤਰ ਦੇ ਵਿੱਚ ਜੇ ਅੱਜ ਆਪਾਂ ਗੱਲ ਕਰਦੇ ਹਾਂ ਤਾਂ ਸਮਰੂਪ 2 ਵਿਧਾਵਾਂ ਚੱਲ ਰਹੀਆਂ। ਇੱਕ ਪੁਰਾਤਨ ਸ਼ੈਲੀ ਦੀ ਅੱਖਰਕਾਰੀ ਚੱਲ ਰਹੀ ਹੈ, ਜਿਹਦੇ ਵਿੱਚ ਕੁਝ ਸਿੱਖ ਨੌਜਵਾਨ ਜਿਹੜੇ ਹੈਗੇ ਆ, ਭੈਣ ਭਰਾ ਹੈਗੇ ਆ, ਉਹ ਪੁਰਾਤਨ ਲੜੀਵਾਰ ਦੇ ਰੂਪ ਦੇ ਵਿੱਚ ਗੁਰਬਾਣੀ ਦੀ ਅੱਖਰਕਾਰੀ ਕਰ ਰਹੇ ਹੈ। ਉਹ ਪੁਰਾਣੀ ਲੜੀਵਾਰ ਪਰੰਪਰਾ ਨੂੰ ਮੁੜ ਸਰਜੀਤ ਕਰ ਰਹੇ ਹੈ। ਪਰ ਇਸ ਦੇ ਪੈਰਲਲ ਇੱਕ ਹੋਰ ਅੱਖਰਕਾਰੀ ਦੀ ਵਿਧਾ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਅਸੀਂ ਕਿਸੇ ਕਵੀ ਦੇ ਸੋਹਣੇ ਵਿਚਾਰ ਨੂੰ, ਸੋਹਣੀ ਕਵਿਤਾ ਨੂੰ ਨਵੇਂ-ਨਵੇਂ ਢੰਗਾਂ ਦੇ ਨਾਲ, ਨਵੇਂ-ਨਵੇਂ ਫੌਂਟਾਂ ਦੇ ਵਿੱਚ, ਅੱਖਰਾਂ ਦੇ ਵਿੱਚ ਸ਼ਿੰਗਾਰ ਰਹੇ ਹਾਂ। ਇਹ ਇੱਕ ਜਿਹੜੀ ਵਿਧਾ ਹੈਗੀ ਹੈ ਪੁਰਾਤਨ ਪਰੰਪਰਾ ਦੀ ਇੱਕ ਬਰਾਬਰ ਚੱਲ ਰਹੀ ਹੈ। ਬੜੀ ਸੋਹਣੀ ਗੱਲ ਹੈ ਕਿ ਇਸ ਵਿਧਾ ਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ, ਇਸ ਅੱਖਰਕਾਰੀ ਦੇ ਕੁੰਭ ਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਅਸੀਂ ਇਸ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਅੱਗੇ ਲੈ ਕੇ ਜਾਣ ਲਈ ਸੁਹਿਰਦ ਯਤਨ ਕਰ ਰਹੇ ਹਾਂ। ਇੱਕ ਮੈਂ ਗੱਲ ਹੋਰ ਕਹਿਣਾ ਵੀ ਅੱਖਰਕਾਰੀ ਨੂੰ ਸਿਰਫ ਆਪਾਂ ਸ਼ੌਂਕੀਆ ਤੌਰ 'ਤੇ ਨਾ ਕਰੀਏ। ਅੱਖਰਕਾਰੀ ਦੇ ਵਿੱਚੋਂ ਆਪਾਂ ਬਹੁਤ ਸਾਰੇ ਜਿਹੜੇ ਹੈਗੇ ਆ ਰੁਜ਼ਗਾਰ ਦੇ ਸਾਧਨ ਵੀ ਪੈਦਾ ਕਰ ਸਕਦੇ ਹਾਂ। ਜਿਹੜੇ ਚਲੋ ਪ੍ਰਮਾਤਮਾ ਦੀ ਕਿਰਪਾ ਆਪਣੇ ਕੋਲੇ ਰੁਜ਼ਗਾਰ ਹੈਗਾ, ਆਪਾਂ ਇਸ ਨੂੰ ਸ਼ੌਂਕ ਦੇ ਵਜੋਂ ਵਰਤਦੇ ਹਾਂ, ਪਰ ਇਸ ਅੱਖਰਕਾਰੀ ਦੇ ਵਿੱਚੋਂ ਰੁਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਕੀਤੇ ਜਾ ਸਕਦੇ ਆ, ਜਿਵੇਂ ਵਿਆਹਾਂ ਦੇ ਕਾਰਡ ਲਿਖਣੇ, ਸਾਹੇ ਚਿੱਠੀਆਂ ਲਿਖਣੀਆਂ, ਇੱਥੋਂ ਤੱਕ ਕਿ ਕਿਤਾਬਾਂ ਵੀ ਅੱਜ ਕੱਲ੍ਹ ਹੱਥ ਲਿਖਤ ਦੇ ਵਿੱਚ ਆ ਰਹੀਆਂ। ਇੱਕ ਨਵਾਂ ਰੁਝਾਨ ਪੈਦਾ ਹੋ ਰਿਹਾ ਹੈ। ਪੁਰਾਤਨ ਕਿੱਸਿਆਂ ਨੂੰ ਅਸੀਂ ਅੱਖਰਕਾਰੀ ਕਰਕੇ ਉਹਨਾਂ ਨੂੰ ਮੁੜ ਸਰਜੀਤ ਕਰ ਸਕਦੇ ਹਾਂ। ਸਾਡੀਆਂ ਪੁਰਾਤਨ ਵਾਰਾਂ ਜਿਹੜੀਆਂ ਹੈਗੀਆਂ, ਜਿਨ੍ਹਾਂ ਤੋਂ ਅੱਜ ਕੱਲ੍ਹ ਦੇ ਸਾਡੇ ਬੱਚੇ ਅਭੇਜ ਹੈ, ਜਿਨ੍ਹਾਂ ਨੂੰ ਵਾਰ ਸਾਹਿਤ ਦਾ ਹੀ ਨਹੀਂ ਪਤਾ, ਵੀਰ ਅਸੀਂ ਸਾਹਿਤ ਦਾ ਨਹੀਂ ਪਤਾ ਗਾ, ਉਹਨਾਂ ਵਾਰਾਂ ਨੂੰ ਅਸੀਂ ਅੱਖਰਕਾਰੀ ਦੇ ਰੂਪ ਵਿੱਚ, ਕਿਤਾਬੀ ਰੂਪ ਦੇ ਕੇ ਉਹਨਾਂ ਨੂੰ ਮੁੜ ਸਰਜੀਤ ਕਰ ਸਕਦੇ ਹਾਂ। ਸਾਡੇ ਕੋਲੇ ਅੱਖਰਕਾਰੀ ਦੀਆਂ ਹਜੇ ਬਹੁਤ ਸਾਰੀਆਂ ਸੰਭਾਵਨਾਵਾਂ ਹੈ, ਸਾਡੇ ਕੋਲੇ ਹਜੇ ਜੋਸ਼ ਹੈ, ਸਾਡੇ ਕੋਲੇ ਸਮਾਂ ਹੈ, ਸਾਡੇ ਕੋਲੇ ਸਾਧਨ ਹੈ, ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸੋ ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਅੱਗੇ ਲਵਾਂਗਾ। ਬਹੁਤ ਬਹੁਤ ਧੰਨਵਾਦ।